ਆਪਾਂ ਪੜ੍ਹ ਲਿਆ ਸੀਗਾ ਇਲੈਕਟ੍ਰੋਮੈਗਨੈਟਿਕ ਸਪੈਕਟਰਮ, ਜਿਹਦੇ ਵਿੱਚ ਅਸੀਂ ਦੇਖ ਲਿਆ ਸੀ ਵੀ ਵੇਵਸ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਕਿਸ ਤਰ੍ਹਾਂ ਵੇਰੀ ਕਰਦੀ ਹੈ ਇੱਕ ਸਪੈਕਟਰਮ ਦੇ ਵਿੱਚ। ਨੈਕਸਟ ਆਪਾਂ ਥੋੜਾ ਯੂਜ਼ ਦੇਖ ਲਈ ਸੀ ਇਹਨਾਂ ਦੇ, ਜਿਵੇਂ ਰੇਡੀਓ ਵੇਵਸ ਆ ਗਈਆਂ, ਟੀਵੀ ਸਿਗਨਲਸ ਵਗੈਰਾ ਵਾਸਤੇ ਯੂਜ਼ ਕਰਦੇ ਆ, ਮਾਈਕਰੋ ਓਵਨ ਦੇ ਵਿੱਚ ਮਾਈਕ੍ਰੋਵੇਵਸ ਆ ਗਈਆਂ, ਇਨਫਰਾਰੇਜ਼ ਆ ਗਈਆਂ ਨਾ ਜੋ ਗ੍ਰੀਨ ਹਾਊਸ ਇਫੈਕਟ ਪੈਦਾ ਕਰਦੀਆਂ ਨੇ, ਅਲਟਰਾ ਵਾਇਲਟ ਆ ਗਈਆਂ ਜਿਹੜੀਆਂ ਇਹ ਵੀ ਆਪਣੇ ਲਈ ਯੂਜ਼ਫੁਲ ਨੇਗੀਆਂ। ਨੈਕਸਟ ਆ ਗਈਆਂ ਐਕਸ ਰੇਜ਼, ਗਾਮਾ ਰੇਜ਼, ਇਹ ਮਾਲੀਕੂਲਰ ਸਟਰਕਚਰ ਵਗੈਰਾ ਜਿਹੜਾ ਫਾਈਂਡ ਕਰਨ ਲਈ ਯੂਜ਼ ਹੁੰਦੇ ਆ। ਇਹ 'ਚ ਅਸੀਂ ਇੱਕ ਹੋਰ ਕੀ ਸਟੱਡੀ ਕੀਤਾ ਵੀ ਰੇਡੀਓ ਵੇਵਸ ਦੀ ਫ੍ਰੀਕੁਐਂਸੀ ਜਿਹੜੀ ਉਹ ਹਮੇਸ਼ਾ ਕੀ ਹੁੰਦੀ ਹੈਗੀ, ਘੱਟ ਹੁੰਦੀ ਹੈ, ਵੇਵਲੈਂਥ ਵੱਧ ਹੁੰਦੀ ਹੈ। ਉਲਟ ਗਾਮਾ ਰੇਜ਼ ਦੇ ਵਿੱਚ ਫ੍ਰੀਕੁਐਂਸੀ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਬਟ ਇਹਦੀ ਵੇਵਲੈਂਥ ਜਿਹੜੀ ਉਹ ਘੱਟ ਹੁੰਦੀ ਹੈ, ਤਾਂ એનર્ਜੀ ਵੀ ਕੀ ਹੋਊਗੀ ਫਿਰ ਜ਼ਿਆਦਾ ਹੋਊਗੀ, ਕਿਉਂਕਿ ਜਿਹਦੀ ਫ੍ਰੀਕੁਐਂਸੀ ਜ਼ਿਆਦਾ ਹੈ ਉਹਦੀ એનર્ਜੀ ਵੀ ਜ਼ਿਆਦਾ ਹੋਊਗੀ। ਇਸੇ ਤੁਹਾਡੇ ਕੋਲ ਵਿਜ਼ੀਬਲ ਰੀਜਨ ਜਿਹ 'ਚ ਆਪਾਂ ਕਿਹਾ ਸੀ ਵੀ ਇਹ 700 ਨੈਨੋਮੀਟਰ ਤੋਂ ਲੈ ਕੇ 400 ਨੈਨੋਮੀਟਰ ਤੱਕ ਜਿਹੜੀ ਇਹਦੀ ਵੇਵਲੈਂਥ ਹੈ ਉਹ ਹੁੰਦੀ ਹੈ, ਇਹਨੂੰ ਅਸੀਂ ਦੇਖ ਸਕਦੇ ਹਾਂ ਇਹ ਵਾਲੇ ਪਾਰਟ ਨੂੰ। ਬਾਕੀ ਜਿਹੜੀਆਂ ਇਹ ਵਾਲੀਆਂ ਵੇਵਸ ਨੇ ਇਹ ਆਪਾਂ ਨੂੰ ਵਿਜ਼ੀਬਲ ਨਹੀਂ ਹੈਗੀਆਂ, ਆਪਣੀ ਆਈਜ਼ ਇਹਨੂੰ ਡਿਟੈਕਟ ਨਹੀਂ ਕਰ ਪਾਉਂਦੀ, ਮਤਲਬ ਇਹਦੀ ਫ੍ਰੀਕੁਐਂਸੀ ਦੇ ਟੁਵਰਡਸ ਆਪਣੀ ਆਈ ਜਿਹੜੀ ਉਹ ਸੈਂਸਿਟਿਵ ਨਹੀਂ ਹੈਗੀ, ਉਹ ਸਿਰਫ ਇਹਨਾਂ ਵਿੱਚ ਲਈ ਹੈ। ਉਸੇ ਤਰ੍ਹਾਂ ਹੀ ਵੀ ਜਿਵੇਂ ਕਿ ਤੁਹਾਡਾ ਮੈਂ ਕੁਐਸਚਨ ਕਲੀਅਰ ਕਰਦਾ, ਇੱਕ ਤੁਸੀਂ ਪੜ੍ਹਿਆ ਸੀ ਨਾ ਵੀ ਬਿਬਕੋਇਰ, ਇੱਥੇ ਪੀ ਹੈ ਵੀ ਤਾਂ ਮੈਨੂੰ ਇਹ ਦੱਸੋ ਵੀ ਆਪਣੀ ਸਕਾਈ ਦਾ ਕਲਰ ਜਿਹੜਾ ਉਹ ਕਿਹੜਾ ਦਿਸਦਾ ਸਾਨੂੰ, ਇੱਕ ਵਰਡ ਟਾਈਪ ਕਰ ਦੋ ਬਸ ਜਿਹੜਾ ਕਲਰ ਤੁਹਾਨੂੰ ਦਿਸਦਾ ਸਕਾਈ ਦਾ। ਸਕਾਈ ਦਾ ਜੇ ਦੇਖਿਆ ਜਾਵੇ ਤੁਹਾਨੂੰ ਇੱਕੋ ਹੀ ਕਲਰ ਵਿਜ਼ੀਬਲ ਹੁੰਦਾ ਹੈ, ਉਹ ਹੈਗਾ ਬਲੂ। ਤਾਂ ਵਾਇਲਟ ਤੇ ਇੰਡੀਗੋ ਇਹ ਵਾਲੇ ਕਲਰ ਕਿਉਂ ਨਹੀਂ ਸ਼ੋ ਹੁੰਦੇ, ਕਿਉਂਕਿ ਸਾਡੀ ਆਈ ਹੈ ਨਾ ਜਿਹੜੀ ਉਹ ਬਲੂ ਕਲਰ ਦੀ ਫ੍ਰੀਕੁਐਂਸੀ ਦੇ ਟੁਵਰਡਸ ਦੀ ਜਿਹੜੀ ਸੈਂਸਿਟਿਵ ਹੈਗੀ, ਵਾਇਲਟ ਤੇ ਇੰਡੀਗੋ ਜਿਹੜੀ ਇਹਨੂੰ ਦੇਖ ਨਹੀਂ ਸਕਦੀ। ਆਪਾਂ ਕਹਿੰਦੇ ਬਲੂ ਕਲਰ ਦੀ ਵੇਵਲੈਂਥ ਵੱਧ ਹੈ ਤੇ ਸਕੈਟਰ ਜ਼ਿਆਦਾ ਹੁੰਦਾ ਗਾ, ਸੌਰੀ ਵੇਵਲੈਂਥ ਘੱਟ ਹੈ ਤੇ ਇਹਦਾ ਵੇਵਲੈਂਥ ਵੱਧ ਹੈ ਤਾਂ ਸਕੈਟਰ ਨਹੀਂ ਹੁੰਦਾ। ਇਹਦੀ ਵੇਵਲੈਂਥ ਘੱਟ ਹੈ ਤੇ ਜ਼ਿਆਦਾ ਸਕੈਟਰ ਹੁੰਦਾ ਹੈ, ਜ਼ਿਆਦਾ ਸਕੈਟਰ ਹੁੰਦਾ ਹੈ। ਬਟ ਜੇ ਦੇਖਿਆ ਜਾਵੇ ਤਾਂ ਜਿਹੜਾ ਵਾਇਲਟ ਤੇ ਇੰਡੀਗੋ ਹੈ ਇਹਨੂੰ ਆਪਣੀ ਆਈ ਡਿਟੈਕਟ ਹੀ ਨਹੀਂ ਕਰਦੀ, ਇਸ ਚੀਜ਼ ਦਾ ਖਿਆਲ ਰੱਖਿਆ। ਬੜੇ ਹੁੰਦੇ ਆ ਸਲਾਈਡ ਤੇ ਜਾਂਦੇ ਆਪਾਂ ਰੀਡ ਕਰ ਲਿਆ ਸੀ ਵੀ ਜਿਹੜੀਆਂ ਰੇਡੀਓ ਤੇ ਮਾਈਕ੍ਰੋਵੇਵਸ ਨੇਗੀਆਂ ਇਹਨਾਂ ਦੀਆਂ ਪ੍ਰੋਪਰਟੀਜ਼ ਕੀ ਨੇ ਤੇ ਪਲੱਸ ਇਹ ਉਹ ਵੀ ਕੀ ਇਹਦੇ ਯੂਜ਼ ਆਪਾਂ ਜਿਹੜੇ ਵਰਤਦੇ। ਫਸਟ ਆਪਾਂ ਕਿਹਾ ਸੀ ਵੀ ਇਹ ਟਰੈਵਲ ਕਰਨਗੀਆਂ ਵਿਦ ਸਪੀਡ ਆਫ ਲਾਈਟ, ਓਬੇ ਕਰਨਗੀਆਂ ਲਾਜ਼ ਆਫ ਰਿਫਰੈਕਸ਼ਨ ਤੇ ਰਿਫਲੈਕਸ਼ਨ। ਨੈਕਸਟ ਆਪਾਂ ਇਹ ਸਟੱਡੀ ਕੀਤਾ ਸੀ ਯੂਜ਼ ਲਾਸਟ ਡੇ ਵੀ ਇਹਨੂੰ ਅਸੀਂ ਯੂਜ਼ ਕਿੱਥੇ ਕਰਦੇ ਹੈਗੇ, ਵਾਇਰਲੈਸ ਕਮਿਊਨੀਕੇਸ਼ਨ ਲਈ, ਯਾਨੀ ਕਿ ਜਿਹੜਾ ਟਾਵਰ ਸਿਸਟਮ ਆਪਣਾ ਉਹਦੇ ਵਿੱਚ ਯੂਜ਼ ਹੁੰਦਾ ਹੈ। ਟੀਵੀ ਦੇ ਸਿਗਨਲ ਜੋ ਅਸੀਂ ਡਿਸ਼ ਐਂਟੀਨਾ ਵਗੈਰਾ ਯੂਜ਼ ਕਰਦੇ ਹਾਂ ਉਹ ਸਾਰੇ ਸਿਗਨਲ ਜਿਹੜੇ ਉਹਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਰਡਾਰ ਸਿਸਟਮ ਤੁਹਾਨੂੰ ਮੈਂ ਦੱਸਿਆ ਸੀ ਇੱਕ ਲੋਕੇਸ਼ਨ ਫਾਈਂਡ ਕਰਨ ਲਈ ਜਾਂ ਜਿਹੜੀ ਜੋ ਟ੍ਰੈਫਿਕ ਰੋਡ ਦੇ ਉੱਪਰ ਜਾ ਰਹੀ ਹੈ ਉਹਦੀ ਸਪੀਡ ਨੋਟ ਕਰਨ ਲਈ, ਜਾਂ ਇੱਕ ਐਰੋਪਲੇਨ ਹੈ ਉਹਦੀ ਸਪੀਡ ਕਿੰਨੀ ਹੈ ਤੇ ਪੋਜੀਸ਼ਨਿੰਗ ਕੀ ਹੈ ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ। ਜਿਹਨੂੰ ਯੂਜ਼ ਕੀਤਾ ਜਾਂਦਾ ਐਟੋਮਿਕ ਸਟਰਕਚਰ ਫਾਈਂਡ ਕਰਨ ਲਈ। ਜਿਵੇਂ ਸਾਨੂੰ ਪਤਾ ਹੈ ਵੀ ਬੋਰ ਦੀ ਥਿਊਰੀ ਤੋਂ ਪਹਿਲਾਂ
ਇੱਕ ਐਕਸ-ਰੇ ਡਾਇਫਰੈਕਸ਼ਨ ਕੀਤਾ ਗਿਆ ਸੀ, ਜਿੱਥੇ ਐਕਸ-ਰੇ ਦਾ ਪੈਟਰਨ ਇੱਕ ਕਿਹਦੇ ਨਾਲ ਮਿਲਾ ਲਿਆ ਸੀਗਾ, ਐਟਮ ਨਾਲ। ਉਹ ਮੈਚ ਕਰਨ ਕਰਕੇ ਕੀ ਹੋਇਆ ਸੀ, ਅਸੀਂ ਕਹਿਤਾ ਸੀ ਵੀ ਜਿਹੜਾ ਕੋਈ ਵੀ ਪਾਰਟੀਕਲ ਆ ਉਹ ਵੇਵ ਲਾਈਕ ਕਰੈਕਟਰ ਜਿਹੜਾ ਉਹ ਪੋਜੈਸ ਕਰਦਾ ਹੈ ਜਦੋਂ ਮੋਸ਼ਨ ਦੇ ਵਿੱਚ ਹੁੰਦਾ। ਇਹ ਸੀ ਆਪਣੇ ਕੋਲੇ ਲਾਸਟ ਪਾਰਟ। ਹੁਣ ਆਪਾਂ ਕੰਟੀਨਿਊ ਕਰਦੇ ਹਾਂ ਅੱਜ ਵਾਲਾ ਪਾਰਟ। ਤਾਂ ਅੱਜ ਸਾਡੇ ਕੋਲੇ ਅਗਲਾ ਪਾਰਟ ਹੈ ਪ੍ਰੋਪਰਟੀਜ਼ ਆਫ ਇਨਫਰਾਰੇਜ਼। ਤਾਂ ਇਹਦੀ ਪ੍ਰੋਪਰਟੀ ਸੇਮ ਹੀ ਹੈ। ਫਸਟ ਤਾਂ ਇਹ ਟਰੈਵਲ ਕਰਨਗੇ ਵਿਦ ਸਪੀਡ ਆਫ ਲਾਈਟ, ਜਿਹੜੀਆਂ ਵੇਵਸ ਨੇਗੀਆਂ ਉਹ ਵੀ ਕਰਨਗੀਆਂ। ਗਲਾਸ ਜਿਹੜੇ ਲਾਈਟ ਦੇ ਤੇ ਇੱਕ ਫੋਟੋਗ੍ਰਾਫਿਕ ਪਲੇਟ ਨੂੰ ਇਹ ਇਫੈਕਟ ਕਰਦੀਆਂ। ਪਲੇਟ ਦੇ ਉੱਪਰ ਕੀ ਹੁੰਦਾ ਹੈਗਾ ਵੀ ਸਿਲਵਰ ਬ੍ਰੋਮਾਈਡ ਹੁੰਦਾ ਹੈ, ਇਹ ਉਹਦੇ ਉੱਪਰ ਕੀ ਕਰਦੀ ਹੈ, ਲਾਈਟ ਪਾਸ ਕਰਦੇ ਸਪੌਟ ਬਣਾਉਂਦੇ। ਪੁਰਾਣੇ ਟਾਈਮ ਦੇ ਵਿੱਚ ਜਦੋਂ ਇੱਕ ਮੂਵੀ ਜਾਂ ਇੱਕ ਫਿਲਮ ਕੁਛ ਉਹਨੂੰ ਰੀਲ ਦੇ ਵਿੱਚੋਂ ਕੈਮਰੇ ਦੀ ਰੀਲ ਹੁੰਦੀ ਸੀ, ਉਹਨੂੰ ਓਪਨ ਕੀਤਾ ਜਾਂਦਾ ਸੀ ਨਾ, ਤਾਂ ਉਹ ਕਈ ਵਾਰ ਲਾਈਟ ਵਿੱਚ ਖੁੱਲ ਜਾਂਦੀ ਸੀ, ਤਾਂ ਉਹ ਸਾਰੀ ਵਾਸ਼ ਹੋ ਜਾਂਦੀ ਸੀ। ਮਤਲਬ ਲਾਈਟ ਨੂੰ ਕੀ ਕਰ ਦਿੰਦੇ ਸੀ, ਸਿਲਵਰ ਬ੍ਰੋਮਾਈਡ ਨੂੰ ਬ੍ਰੇਕ ਕਰ ਦਿੰਦੀ ਸੀ। ਉਹ ਜਿਹੜੀ ਫਿਲਮ ਜਿਹੜੀ ਉਹਨੇ ਫੋਟੋ ਕੈਪਚਰ ਕੀਤੀ ਹੁੰਦੀ ਸੀ ਬਿਲਕੁਲ ਹੀ ਖਰਾਬ ਹੋ ਜਾਂਦੀ ਸੀ। ਹੁਣ ਇਹਦਾ ਯੂਜ਼ ਕੀ ਹੈ, ਬਸ ਇਹ ਆਪਣੀ ਅਰਥ ਹੈ ਜਿਹੜੀ ਉਹਨੂੰ ਵਾਰਮ ਰੱਖਦੀ ਹੈ, ਮਤਲਬ ਗਰਮ। ਗਰਮ ਕਿਉਂ ਰੱਖਦੀ ਹੈ, ਕਿਉਂਕਿ ਇਹ ਕਿਹਦੇ ਲਈ ਰਿਸਪੌਂਸੀਬਲ ਹੈ, ਅਰਥ ਉੱਪਰ ਗ੍ਰੀਨ ਹਾਊਸ। ਦੂਸਰਾ ਡੀਹਾਈਡ੍ਰੇਸ਼ਨ ਮੀਨਸ ਇਹ ਕਿਸੇ ਚੀਜ਼ ਦੇ ਵਿੱਚੋਂ ਕੀ ਕਰਦੀਆਂ ਨੇ, ਵਾਟਰ ਜਿਹੜਾ ਉਹਨੂੰ ਰਿਮੂਵ ਕਰਦੀਆਂ ਨੇ, ਜਾਂ ਜੋ escape ਹੋ ਜਾਂਦਾ ਹੈ, ਵੈਪੋਰਾਈਜ਼ ਹੋ ਜਾਂਦਾ ਹੈ। ਇਨ ਸੋਲਰ ਕੁੱਕਰ, ਤੁਹਾਨੂੰ ਪਤਾ ਵੀ ਇੱਕ ਕੁੱਕਰ ਹੁੰਦਾ ਜਿਹੜਾ ਸੋਲਰ, ਉਹਦੇ ਉੱਪਰ ਬਲੈਕ ਪੇਂਟ ਕਰਕੇ ਇਨਸਾਈਡ ਕੀ ਕੀਤਾ ਜਾਂਦਾ ਹੁੰਦਾ ਹੈ, ਇੱਥੇ ਇੱਕ ਆਪਣੇ ਕੋਲ ਇੱਕ ਕਨਕੇਵ ਮਿਰਰ ਲੱਗਿਆ ਹੁੰਦਾ ਹੈ, ਉਹ ਸਨ ਦੀਆਂ ਜਿਹੜੀਆਂ ਰੇਸ ਨੇ ਉਹਦੇ ਉੱਪਰ ਪੈਂਦੀਆਂ ਨੇ, ਤਾਂ ਇਨਸਾਈਡ ਰੱਖਿਆ ਹੋਇਆ ਖਾਣਾ ਜਿਹੜਾ ਉਹ ਤਿਆਰ ਹੋ ਜਾਂਦਾ ਹੈ। ਤਾਂ ਸੋਲਰ ਕੁੱਕਰ ਦੇ ਵਿੱਚ ਜਿਹੜੀਆਂ ਮੇਨ ਰੇਜ਼ ਜਿਹੜੀਆਂ ਇਨਸਾਈਡ ਤੋਂ ਇਹਨੂੰ ਵਾਰਮ ਅਪ ਕਰਦੀਆਂ ਗਲਾਸ ਸ਼ੀਟ ਦੇ ਅੰਦਰ ਜਦੋਂ ਲਾਈਟ ਐਂਟਰ ਹੁੰਦੀ ਹੈ, ਤਾਂ ਇਹਦੇ ਲਈ ਰਿਸਪੌਂਸੀਬਲ ਕੌਣ ਨੇ ਆਪਣੇ ਕੋਲ, IR ਵੇਵਸ। ਇਹਨੂੰ ਆਪਾਂ ਸ਼ਾਰਟਕਟ ਲਿਖ ਦਿੰਦੇ ਕੈਪੀਟਲ I ਕੈਪੀਟਲ R। ਸੋਲਰ ਸੈੱਲ ਤੁਸੀਂ ਦੇਖੇ ਹੋਣੇ ਵੀ, ਜਿਹੜੇ ਆਪਣੇ ਸੋਲਰ ਸੈੱਲ ਨੇ ਉਹਨਾਂ ਦੇ ਉੱਪਰ ਜਦੋਂ ਲਾਈਟ ਪੈਂਦੀ ਹੈ ਤਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦੇ ਆ। ਤਾਂ ਕਿਹੜੀ ਲਾਈਟ ਪੈਣੀ ਚਾਹੀਦੀ ਉਹਨਾਂ ਦੇ ਉੱਪਰ, IR। ਇਹ ਲਾਈਟ ਦੇ ਕਾਰਨ ਕੀ ਕਰਦੇ ਆ, ਫਿਰ ਉੱਥੋਂ ਇਲੈਕਟ੍ਰੋਨ ਇਜੈਕਟ ਹੁੰਦੇ ਆ, ਬਾਹਰ ਨਿਕਲਦੇ ਆ, ਜਿਹਦੇ ਕਾਰਨ ਇਲੈਕਟ੍ਰਿਸਿਟੀ ਹੈ ਜੀ ਉਹ ਪ੍ਰੋਡਿਊਸ ਹੁੰਦੀ ਹੈ। ਇਹ ਸੀ ਤੁਹਾਡਾ ਪਾਰਟ ਪ੍ਰੋਪਰਟੀਜ਼ ਆਫ ਇਨਫਰਾ ਰੇਜ਼। ਨੈਕਸਟ ਆਪਾਂ ਸਟਾਰਟ ਕਰਦੇ ਹਾਂ ਅਗਲਾ ਪਾਰਟ। ਦੇਖੋ ਪ੍ਰੋਪਰਟੀਜ਼ ਆਫ ਅਲਟਰਾ ਵਾਇਲਟ ਰੇਜ਼, ਇਹ ਉਹ ਰੇਜ਼ ਨੇ ਜਿਹਨੂੰ ਸਾਡੀ ਓਜ਼ੋਨ ਲੇਅਰ ਜਿਹੜੀ ਕੁਝ ਅਬਜ਼ੌਰਬ ਕਰ ਲੈਂਦੀ ਹੈ, ਜਿਹੜੀਆਂ ਥੋੜੀਆਂ ਡੇਂਜਰਸ ਨੇ। O3 ਫਾਰਮੂਲਾ ਦਾ ਓਜ਼ੋਨ ਦਾ। ਇੱਕ ਤੇ ਲਾਸ ਨੂੰ ਉਹ ਵੀ ਕਰਨੀ ਹੈ ਸੇਮ ਪੁਆਇੰਟ, ਫੋਟੋਗ੍ਰਾਫਿਕ ਪਲੇਟ ਨੂੰ ਅਫੈਕਟ ਕਰਨੀ ਹੈ, ਟਰੈਵਲ ਕਰਨੀ ਹੈ ਵਿਦ ਸਪੀਡ ਆਫ ਲਾਈਟ। ਇਹ ਤਾਂ ਵੀ ਕਾਮਨਲੀ ਪੁਆਇੰਟਸ ਜਿਹੜੇ ਤੁਹਾਨੂੰ ਮਿਲ ਰਹੇ ਨੇ ਸਾਰੀਆਂ ਵੇਵਸ ਦੇ ਵਿੱਚ। ਅਗਲਾ ਪਾਰਟ ਆਪਣੇ ਕੋਲੇ ਯੂਜ਼, ਇਹ ਕੰਮ ਕਿੱਥੇ ਆ ਰਹੀਆਂ ਸਾਡੇ। ਫਸਟ ਇਹ ਪ੍ਰੋਡਿਊਸ ਕਰਦੀਆਂ ਫੋਟੋ ਇਲੈਕਟ੍ਰਿਕ ਇਫੈਕਟ। ਤੁਸੀਂ ਹੁਣੀ ਕਰਕੇ ਨੇ ਵੀ ਇੱਕ ਮੈਟਲ ਪਲੇਟ ਦੇ ਉੱਪਰ ਇੱਕ ਸਟੇਬਲ ਫ੍ਰੀਕੁਐਂਸੀ ਦੀ ਜਦੋਂ ਲਾਈਟ ਫਾਲ ਕਰਦੀ ਹੈ ਤਾਂ ਉਹਦੇ ਵਿੱਚੋਂ ਇਲੈਕਟ੍ਰੋਨਸ ਇਜੈਕਟ ਹੁੰਦੇ ਨੇ, ਤਾਂ ਜਿਹਨੂੰ ਅਸੀਂ ਕੀ ਬੋਲਦੇ ਹੈਗੇ, ਥ੍ਰੈਸ਼ਹੋਲਡ ਫ੍ਰੀਕੁਐਂਸੀ, ਜਿਹੜੀ ਘੱਟੋ ਘੱਟ ਫ੍ਰੀਕੁਐਂਸੀ ਚਾਹੀਦੀ ਹੈ। ਇਲੈਕਟ੍ਰੋਨ ਬਾਹਰ ਆਉਣ ਦੇ ਪ੍ਰੋਸੈਸ ਨੂੰ ਕੀ ਕਹਿੰਦੇ, ਫੋਟੋ ਇਲੈਕਟ੍ਰਿਕ ਇਫੈਕਟ। ਫੋਟੋ ਮੀਨਸ ਲਾਈਟ ਹੁੰਦਾ, ਇਲੈਕਟ੍ਰਿਕ ਮਤਲਬ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਹੈ ਇਲੈਕਟ੍ਰੋਨ ਦੇ ਆਊਟ ਹੋਣ ਦਾ। then photoelectric effect ਜਿਹੜੇ ਉਹ ਪ੍ਰੋਡਿਊਸ ਕੌਣ ਕਰਦੀ ਹੈ, UV ਰੇਜ਼। to check mineral sample, ਇੱਕ ਮਿਨਰਲ ਹੈ ਕੋਈ, ਉਹਦਾ ਸੈਂਪਲ, ਉਹਦੇ ਇਨਸਾਈਡ ਕੀ ਮਤਲਬ ਕਿਹੜਾ ਕੈਮੀਕਲ ਜਾਂ ਕਿਹੜਾ ਸਟਰਕਚਰ ਕੀ ਚੀਜ਼ ਪ੍ਰੈਜ਼ੈਂਟ ਹੈ,
ਉਹਨੂੰ ਦੇਖਣ ਲਈ ਸਟੱਡੀ ਕਰਨ ਲਈ ਆਪਾਂ ਯੂਜ਼ ਕਰਦੇ ਹੈਗੇ। ਨੈਕਸਟ ਹੈਗਾ ਆਪਣੇ ਕੋਲੇ ਸੋਲਰ ਕੁੱਕਰ। ਤੁਹਾਨੂੰ ਲਾਸਟ ਦੱਸ ਹੀ ਦਿੱਤਾ ਵੀ ਸੋਲਰ ਕੁੱਕਰ ਦੇ ਇਨਸਾਈਡ ਮੇਨਲੀ ਆਪਣੇ ਕੋਲੇ ਕਿਹੜੀਆਂ ਯੂਜ਼ ਹੁੰਦੀਆਂ ਨੇ, ਫਸਟ ਇਨਫਰਾ, ਦੂਸਰੀਆਂ ਅਲਟਰਾ ਵਾਇਲਟ। ਤੇ ਯਾਦ ਰੱਖਿਓ ਇਹਦਾ ਕੋਈ MCQ ਬਣ ਕੇ ਆਉਣਗੇ ਤੁਹਾਨੂੰ, ਪ੍ਰੋਪਰਟੀਜ਼ ਨਹੀਂ ਆਉਂਦੀਆਂ ਕਦੇ ਵੀ ਪੇਪਰ 'ਚ ਤੁਹਾਨੂੰ। ਇਹਨਾਂ ਦਾ ਸ਼ਾਰਟ ਕੁਐਸਚਨ ਬਣ ਕੇ ਆਉਗੀ ਜਾਂ ਤੁਹਾਨੂੰ MCQ ਟਾਈਪ ਕੁਐਸਚਨ। ਤਾਂ ਡਿਸਟਰੋਏ ਕੀ ਕਰ ਸਕਦੀਆਂ ਨੇ ਇਹ, ਬੈਕਟੀਰੀਆ। ਜੇ ਤੁਹਾਨੂੰ ਪੁੱਛਿਆ ਜਾਏਗਾ ਵੀ ਉਹ ਵੇਵਸ ਜਿਹੜੇ ਆਪਾਂ ਚੂਜ਼ ਕਰੋ ਜਿਹੜੀਆਂ ਬੈਕਟੀਰੀਆ ਨੂੰ ਡਿਸਟਰੋਏ ਕਰਦੀਆਂ ਨੇ, ਤਾਂ ਆਪਣਾ ਉੱਥੇ ਆਨਸਰ ਕੀ ਹੋਊਗਾ, ਅਲਟਰਾ ਵਾਇਲਟ ਵੇਵਸ। ਤੇ ਬੈਕਟੀਰੀਆ ਜਿਵੇਂ ਕੋਈ ਉਹਨੂੰ ਕਿਲ ਕਰਨਾ ਹੈ, ਹੁਣ ਤੁਹਾਨੂੰ ਪਤਾ ਆਪਣੀ ਬੋਡੀ ਜਿਹੜੀ ਉਹਦੇ ਵਿੱਚ ਬੈਕਟੀਰੀਆ ਹੈ, ਤਾਂ ਅਲਟਰਾ ਵਾਇਲਟ ਰੇਜ਼ ਜਿਹੜੀਆਂ ਉਹ ਬੈਕਟੀਰੀਅਲ ਐਕਸ਼ਨ ਜਿਹੜਾ ਉਹ ਕਿਲ ਕਰ ਸਕਦੀਆਂ। ਹਾਂ ਕੋਈ ਕਿਲ ਕਰਨਾ ਬੈਕਟੀਰੀਆ ਜਿੱਥੇ ਜ਼ਿਆਦਾ ਡਿਵੈਲਪ ਹੋ ਚੁੱਕਿਆ ਹੈ ਤਾਂ ਵੀ ਆਪਾਂ ਅਲਟਰਾ ਵਾਇਲਟ ਯੂਜ਼ ਕਰਾਂਗੇ। ਬਸ ਇਹ ਹੈ ਵੀ ਅਲਟਰਾ ਵਾਇਲਟ ਜੇ ਓਜ਼ੋਨ ਨਾ ਅਬਜ਼ੋਰਬ ਕਰੇ ਤਾਂ ਆਪਾਂ ਨੂੰ ਕੀ ਹੋ ਸਕਦਾ, ਇੱਕ ਸਕਿਨ ਦਾ ਕੈਂਸਰ ਜਿਹੜਾ ਉਹ ਹੋ ਸਕਦਾ। ਸਕਿਨ ਤੁਹਾਨੂੰ ਪਤਾ ਵੀ ਸਾਡਾ ਪ੍ਰੋਟੈਕਟਿਵ ਲਾਰਜ ਆਰਗਨ ਜਿਹੜਾ ਪੂਰੀ ਬੋਡੀ ਨੂੰ ਕਵਰ ਕਰਦਾ ਹੈ। ਜੇ ਇਹਦੀ ਪ੍ਰੋਟੈਕਸ਼ਨ ਹੀ ਖਤਮ ਹੋ ਗਈ, ਇਹੀ ਖਤਮ ਹੋ ਗਿਆ, ਤਾਂ ਸਾਡੀ ਪੂਰੀ ਬੋਡੀ ਜਿਹੜੀ ਉਹ ਅਫੈਕਟ ਹੋ ਸਕਦੀ ਹੈ। ਨੈਕਸਟ ਪਾਰਟ, ਜੇ ਕਿਸੇ ਦੀ ਕੋਈ ਡਾਊਟ ਜਾਂ ਕੋਈ ਕੁਐਰੀ ਹੋਈ ਤਾਂ ਮੈਨੂੰ ਟਾਈਪ ਕਰ ਦਿਓ ਵੀ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਐਕਸ-ਰੇਜ਼। ਐਕਸ-ਰੇਜ਼ ਕਿੱਥੇ ਕੰਮ ਆਉਂਦੀ ਹੈ ਸਰ? ਪਹਿਲਾਂ ਤਾਂ ਪ੍ਰੋਪਰਟੀਜ਼ ਤਾਂ ਸੇਮ ਹੀ ਹੈ ਵੀ ਇੱਕ ਤਾਂ ਕਿਸੇ ਵਿੱਚੋਂ ਦੀ, ਜੇ ਤੁਹਾਨੂੰ ਪਤਾ ਹੀ ਹੈ ਫੋਟੋਗ੍ਰਾਫਿਕ ਪਲੇਟ ਪੁਰਾਣਾ ਜਗ੍ਹਾ ਟਰੈਵਲ ਕਰਦੀਆਂ ਨੇ ਸਟ੍ਰੇਟ ਲਾਈਨ ਦੇ ਵਿੱਚ, ਪੈਨੀਟ੍ਰੇਟ ਕਰ ਜਾਂਦੀਆਂ ਨੇ, ਮਤਲਬ ਕਿ ਸੀਜ਼ਨ ਦੇ ਵਿੱਚੋਂ ਦੀ ਕ੍ਰਾਸ ਕਰ ਜਾਂਦੀਆਂ ਨੇ। ਵੀ ਸਾਡਾ ਐਕਸਰੇ ਨਹੀਂ ਕਰਦੇ, ਉਹ ਸਾਡੀ ਬੋਨਸ ਜਿਹੜਾ ਪਾਰਟ ਹੈ ਉਹਦੇ ਵਿੱਚੋਂ ਦੀ ਕ੍ਰਾਸ ਕਰ ਜਾਂਦੀਆਂ, ਤਾਂ ਉੱਥੋਂ ਪਤਾ ਲੱਗਦਾ ਵੀ ਇਹ ਕੀ ਹੈ, ਪੈਨੀਟ੍ਰੇਟ ਕਰਦੀਆਂ ਨੇ। ਹੀਟਿੰਗ ਇਫੈਕਟ ਵੀ ਹੁੰਦਾ ਇਹਨਾਂ ਦਾ, ਇਹ ਫਲੋਰੀਸੈਂਸ ਵੀ ਕਰਦੀਆਂ ਨੇ। ਫਲੋਰੀਸੈਂਸ ਮੀਨਸ ਲਾਈਟਨਿੰਗ ਪ੍ਰੋਡਿਊਸ ਕਰਦੀਆਂ। ਤਾਂ ਯੂਜ਼ ਕਿੱਥੇ ਹੁੰਦਾ, ਫਸਟ ਤਾਂ ਤੁਹਾਨੂੰ ਪਤਾ ਹੀ ਹੈ ਵੀ ਸਰਜਰੀ ਕਰਦੇ ਜਦੋਂ ਇਨਸਾਈਡ ਦਾ ਸਟਰਕਚਰ ਫਾਈਂਡ ਆਊਟ ਕਰਨਾ ਹੈ, ਬੋਡੀ ਦੇ ਇਨਸਾਈਡ ਕੀ ਹੋ ਰਿਹਾ ਜਾਂ ਕਿੱਥੇ ਪ੍ਰੋਬਲਮ ਹੈਗੀ, ਤਾਂ ਉਹਦੇ ਲਈ ਆਪਾਂ ਐਕਸਰੇ ਕਰਵਾਉਣੇ ਆ ਨਾ, ਤਾਂ ਉਹ ਕਿਹਦੇ ਕਰਕੇ ਹੋਊਗਾ, ਐਕਸਰੇਜ਼ ਤੇ ਕਰ। ਰੇਡੀਓਥੈਰੇਪੀ, ਰੇਡੀਓਥੈਰੇਪੀ ਕੀ ਹੁੰਦੀ ਹੈ, ਆਪਣੀ ਬੋਡੀ ਦਾ ਕੋਈ ਵੀ ਜਿਹੜਾ ਆਰਗਨ ਹੈ ਉਹਨੂੰ ਇਨ ਡੈਪਥ ਤੱਕ ਹੀਟ ਪ੍ਰੋਵਾਈਡ ਕਰਨੀ ਹੈ ਤੁਸੀਂ। ਕੋਈ ਟਿਸ਼ੂ ਹੈ, ਕੋਈ ਪਾਰਟ ਹੈ, ਉਹਨੂੰ ਹੀਟ ਦੇਣੀ ਹੈ, ਤਾਂ ਹੀਟ ਦੇਣ ਵਾਸਤੇ ਡੈਪਥ ਦੇ ਵਿੱਚ ਕੀ ਯੂਜ਼ ਕਰਦੇ ਆਪਾਂ, ਐਕਸ ਰੇਜ਼। ਇੱਕ ਹੋਰ ਮੇਨ ਚੀਜ਼ ਜਿਹੜੀ ਅਸੀਂ ਇਹਦੀ ਹੈਲਪ ਨਾਲ ਕੀ ਫਾਈਂਡ ਕਰ ਸਕਦੇ ਹਾਂ, ਫਾਲਟ ਕੀ ਹੈ ਕਿਸੇ ਸੈਂਪਲ ਦੇ ਵਿੱਚ। ਮੰਨ ਲਓ ਆਪਾਂ ਕੋਈ ਇੱਕ ਰੋਡ ਤਿਆਰ ਕੀਤੀ ਆਇਰਨ ਦੀ, ਉਹ ਬਾਹਰੋਂ ਓਵਰਹਾਲ ਦੇਖਣ ਤੇ ਤਾਂ ਠੀਕ ਲੱਗ ਰਹੀ ਹੈ, ਪਰ ਇਨ ਸਾਈਡ ਤੇ ਕਿਤੇ ਕੋਈ ਕ੍ਰੈਕ ਤਾਂ ਨਹੀਂ ਹੈਗਾ ਉਹਦੇ ਵਿੱਚ, ਇਹ ਚੈੱਕ ਕਰਨ ਲਈ ਆਪਾਂ ਕੀ ਯੂਜ਼ ਕਰਾਂਗੇ, ਐਕਸ-ਰੇਜ਼। ਰਿਸਰਚ ਵਰਕ ਹੁੰਦਾ ਜਿੰਨਾ ਕਿਸੇ ਚੀਜ਼ ਨੂੰ ਸਕੈਨ ਕਰਨ ਵਾਸਤੇ ਜਾਂ ਫਾਈਂਡ ਕਰਨ ਵਾਸਤੇ ਉੱਥੇ ਕੀ ਹੈ, ਤਾਂ ਉੱਥੇ ਵੀ ਆਪਾਂ ਕੀ ਯੂਜ਼ ਕਰਦੇ ਹੈਗੇ, ਐਕਸ-ਰੇਜ਼। ਇਹ ਚੀਜ਼ ਹੈ ਵੀ। ਅਗਲਾ ਪਾਰਟ ਹੈਗਾ ਸਾਡੇ ਕੋਲੇ ਗਾਮਾ ਰੇਜ਼। ਇਹ ਸਾਡੀ ਪੂਰੀ ਜਿਹੜੀ ਆਪਾਂ ਪੜ੍ਹੀ ਸੀ ਨਾ ਇਲੈਕਟ੍ਰੋਮੈਗਨੈਟਿਕ ਸੀਰੀਜ਼, ਉਹਦੇ ਵਿੱਚ ਆਪਾਂ ਨੂੰ ਕਿੱਥੇ ਮਿਲਦੀਆਂ ਸੀ, ਲਾਸਟ ਤੇ। ਫਸਟ ਤੇ ਕੌਣ ਸੀਗੀਆਂ, ਰੇਡੀਓ ਵੇਵਸ। ਉਹ ਠੀਕ ਹੈ, ਉਹ ਸੀਕੁਐਂਸ ਧਿਆਨ ਚ ਕਰ ਲਿਓ ਵੀ ਲਾਸਟ ਤੇ ਉਹ ਫਸਟ ਤੇ। ਤਾਂ ਪ੍ਰੋਪਰਟੀਜ਼ ਕਰਨੀਆਂ ਪੈਣੀਆਂ ਗਾਮਾ ਰੇਜ਼ ਦੀਆਂ। ਗਾਮਾ ਰੇਜ਼ ਜਿਹੜੀਆਂ ਸਪੀਡ ਆਫ ਲਾਈਟ ਨਾਲ ਟਰੈਵਲ ਕਰਦੀਆਂ, ਫੋਟੋਗ੍ਰਾਫਿਕ ਪਲੇਟ ਨੂੰ ਅਫੈਕਟ ਕਰਨੀਆਂ, ਵੈਕਿਊਮ ਦੇ ਵਿੱਚ ਟਰੈਵਲ ਕਰਨਗੀਆਂ। ਪ੍ਰੋਪਰਟੀਆਂ ਜਿਹੜੀਆਂ ਮੋਸਟਲੀ ਸੇਮ ਨੇ ਜਿਹੜੀਆਂ ਆਪਾਂ ਨੂੰ ਜਰਨਲ ਮਿਲਦੀਆਂ। ਫਸਟ ਜਿਹੜਾ ਆਪਾਂ ਇਹਦਾ ਯੂਜ਼ ਕਰਦੇ ਹਾਂ ਉਹ ਸਾਡੇ ਕਿੱਥੇ ਕੰਮ ਆਉਂਦੀਆਂ ਨੇ, ਰੇਡੀਓਥੈਰੇਪੀ। ਉਸ ਨੂੰ ਲਾਸਟ ਆਪਾਂ ਡਿਸਕਸ ਕਰ ਲਿਆ ਵੀ ਡੈਪਥ ਦੇ ਵਿੱਚ ਹੀਟ ਦੇਣੀ ਹੈ ਨਾ, ਜਦੋਂ ਕਿਸੇ ਵੀ ਆਰਗਨ ਨੂੰ
ਤਾਂ ਕਿ ਯੂਜ਼ ਕਰਾਂਗੇ ਆਪਾਂ ਉੱਥੇ ਰੇਡੀਓ ਥੈਰੇਪੀ। ਦੂਸਰਾ ਕੋਈ ਵੀ ਮਾਈਕਰੋ ਆਰਗੈਨਿਜ਼ਮ ਉਹਨੂੰ ਕਿਲ ਕਰਨਾ ਸੀ ਤਾਂ ਉੱਥੇ ਵੀ ਯੂਜ਼ ਕਰਾਂਗੇ। ਨੈਕਸਟ ਹੈਗਾ ਤੁਹਾਡੇ ਕੋਲ ਨਿਊਕਲੀਅਰ ਰਿਐਕਸ਼ਨਸ। ਕੁਛ ਰਿਐਕਸ਼ਨਸ ਹੁੰਦੇ ਆ ਵੀ ਨਿਊਕਲੀਅਸ ਤੇ, ਜਿਵੇਂ ਕੋਈ ਨਿਊ ਐਟਮ ਦੀ ਫਾਰਮੇਸ਼ਨਸ ਕਰਨੀ ਹੈਗੀ ਤਾਂ ਉਹ ਨਿਊਕਲੀਅਰ ਰਿਐਕਸ਼ਨਸ ਕਿਵੇਂ ਹੁੰਦੇ ਨੇ, ਕਿਹਦੀ ਹੈਲਪ ਨਾਲ, ਗਾਮਾ ਰੇਸ ਦੀ। ਕਿਉਂਕਿ ਗਾਮਾ ਰੇਸ ਹੁੰਦੀਆਂ ਨਾ ਜਿਹੜੀਆਂ, ਇਹ 2 ਪਾਰਟਸ ਤੋਂ ਪ੍ਰੋਡਿਊਸ ਹੁੰਦੀਆਂ। ਫਸਟ ਹੁੰਦਾ ਇਲੈਕਟ੍ਰੋਨ, ਦੂਸਰਾ ਪਾਰਟ ਹੁੰਦਾ ਇਹ 'ਚ ਪੋਜ਼ਿਟਰੋਨ, ਜਿਹੜਾ ਇਲੈਕਟ੍ਰੋਨ ਕੈਰਿੰਗ ਆ ਪੋਜ਼ਿਟਿਵ ਚਾਰਜ, ਇਹਨੂੰ ਪੋਜ਼ਿਟਰੋਨ ਕਹਿੰਦੇ ਆ। ਇਹ ਤੁਹਾਨੂੰ ਪਤਾ ਹੀ ਹੈ, ਇਲੈਕਟ੍ਰੋਨ ਦੋਨਾਂ ਦੀ ਹੈਲਪ ਨਾਲ ਕੀ ਹੁੰਦਾ ਹੈ, ਗਾਮਾ ਰੇਸ ਪ੍ਰੋਡਿਊਸ ਹੁੰਦੀ ਜਿਨ੍ਹਾਂ ਤੇ ਕੋਈ ਚਾਰਜ ਨਹੀਂ ਹੁੰਦਾ। ਇਹ ਪੋਜ਼ਿਟਿਵ ਤੇ ਨੈਗੇਟਿਵ ਖਤਮ ਕਰ ਦਿੰਦਾ। ਤਾਂ ਇਹਨਾਂ ਦਾ ਰੀਜ਼ਨ ਹੈ ਜਿਹੜਾ ਗਾਮਾ ਰੇਸ ਨੂੰ ਪ੍ਰੋਡਿਊਸ ਕਰਨ ਦਾ, ਉਹ ਕੌਣ ਹੈ, ਇਲੈਕਟ੍ਰੋਨ ਤੇ ਨਾਲ ਪਲੱਸ ਪੋਜ਼ਿਟਰੋਨ। ਇਹ ਧਿਆਨ ਚ ਰੱਖਿਓ, ਕਿਤੇ ਕੋਈ MCQ ਤੁਹਾਨੂੰ ਜ਼ਰੂਰਤ ਪੈ ਸਕਦੀ ਹੈ ਇਹਦੀ। ਇੱਥੇ ਤੱਕ ਇਹ ਆਪਣੀ ਪ੍ਰੋਪਰਟੀਜ਼ ਖਤਮ ਹੋ ਗਈਆਂ। 1-2 ਪਾਰਟ ਆਪਣੇ ਹੋ ਰਹੇ ਜਿਹੜੇ ਆਪਾਂ ਡਿਸਕਸ ਕਰਦੇ ਹਾਂ। ਨੈਕਸਟ ਤੁਹਾਨੂੰ ਦੱਸ ਰਿਹਾ ਉਹ ਵੀ ਗ੍ਰੀਨ ਹਾਊਸ ਇਫੈਕਟ ਕੀ ਹੈ ਵੀ। ਤੁਹਾਨੂੰ ਪਤਾ ਵੀ ਜਿਹੜਾ ਗ੍ਰੀਨ ਹਾਊਸ ਇਫੈਕਟ ਹੈ ਇਹ ਕਿਹਦੇ ਉੱਪਰ ਦੇਖਣ ਨੂੰ ਮਿਲਦਾ, ਆਪਣੀ ਅਰਥ ਉੱਪਰ। ਇੱਕ ਸਨ ਸੂਰਜ ਹੈ, ਇਹ ਅਰਥ ਹੈ। ਜਦੋਂ ਉਹਦੀਆਂ ਰੇਜ਼ ਅਰਥ ਉੱਪਰ ਪੈਂਦੀਆਂ ਨੇ, ਰੇਜ਼ ਧਰਤੀ ਦੇ ਉੱਪਰ, ਤਾਂ ਕੀ ਹੁੰਦਾ ਹੈ, ਉਹ ਰੇਜ਼ ਰਿਫਲੈਕਟ ਹੋ ਕੇ এনवायरमेंट ਦੇ ਵਿੱਚ ਜਿਹੜੀ ਪ੍ਰੈਜ਼ੈਂਟ CO2 ਹੈ ਉਹਨੂੰ ਅਬਜ਼ੌਰਬ ਕਰ ਲੈਂਦੀ ਹੈ ਤੇ ਆਪਣਾ এনवायरमेंट ਥੋੜਾ ਕੀ ਹੋ ਜਾਂਦਾ ਹੈਗਾ, ਵਾਰਮ ਹੋ ਜਾਂਦਾ ਹੈ। ਯਾਨੀ ਕਿ ਤੁਸੀਂ ਇਹ ਕਹਿ ਲਓ ਆਪਣਾ ਟੈਂਪਰੇਚਰ ਜਿਹੜਾ ਮੇਨਟੇਨ ਰਹਿੰਦਾ ਡੇ ਤੇ ਨਾਈਟ ਨੂੰ ਅਰਥ ਉੱਪਰ, ਨਹੀਂ ਤਾਂ ਟੈਂਪਰੇਚਰ ਰਾਤ ਦੇ ਸਮੇਂ ਮਾਈਨਸ ਦੇ ਵਿੱਚ ਚਲਾ ਜਾਵੇ ਤਾਂ ਉਹ ਸਿਰਫ ਕਿਹਦੇ ਕਾਰਨ ਹੋ ਰਿਹਾ, ਗ੍ਰੀਨ ਹਾਊਸ ਇਫੈਕਟ ਦੇ ਕਾਰਨ। ਹੁਣ ਮੇਨ ਗੱਲ ਇਹ ਹੁੰਦੀ ਹੈ ਵੀ ਇਹਦਾ ਨਾਂ ਗ੍ਰੀਨ ਹਾਊਸ ਕਿਉਂ ਰੱਖਿਆ। ਕੁਛ ਨਾ ਦੇਸ਼ਾਂ ਦੇ ਵਿੱਚ ਠੰਡ ਬਹੁਤ ਜ਼ਿਆਦਾ ਪੈਂਦੀ ਹੈ, ਜਿੱਥੇ ਕਲਾਈਮੇਟ ਬਹੁਤ ਠੰਡਾ ਰਹਿੰਦਾ ਤਾਂ ਉੱਥੇ ਕੀ ਕਰਦੇ ਹੋ, ਇੱਕ ਗਲਾਸ ਦਾ ਇੱਕ ਹਾਊਸ ਤਿਆਰ ਕਰਦੇ ਆ। ਉਹਦੇ ਵਿੱਚ ਜਿਹੜੇ ਪਲਾਂਟਸ ਨੂੰ ਥੋੜੀ ਗਰਮੀ ਜ਼ਿਆਦਾ ਚਾਹੀਦੀ ਹੈ, ਵਾਰਮ ਅਪ, ਫਿਰ ਉਹ ਕੀ ਕਰਦੇ ਆ, ਉਸ ਆਊਟਸਾਈਡ ਗਲਾਸ ਫਿੱਟ ਕਰ ਦਿੰਦੇ ਆ, ਉਹ ਇੱਕ ਹਾਊਸ ਬਣਾ ਲੈਂਦੇ ਆ ਜਿੱਥੇ ਜਿਹੜੀਆਂ ਗ੍ਰੀਨ ਪਲਾਂਟਸ ਨੂੰ ਕੀ ਕੀਤਾ ਜਾਂਦਾ ਹੈਗਾ, ਡਿਵੈਲਪ ਕੀਤਾ ਜਾਂਦਾ ਹੈ। ਤਾਂ ਆਰਟੀਫਿਸ਼ੀਅਲ ਵੇ ਨਾਲ ਉਹਦੇ ਅੰਦਰ ਇੱਕ ਗ੍ਰੀਨ ਹਾਊਸ ਇਫੈਕਟ ਜਿਹੜਾ ਉਹ ਪ੍ਰੋਡਿਊਸ ਕਰਵਾਇਆ ਜਾਂਦਾ, ਜਿਹਦੇ ਕਾਰਨ ਉਹ ਡਿਵੈਲਪ ਹੋ ਸਕੇ ਕੋਈ ਵੀ ਵੈਜੀਟੇਬਲ ਵਗੈਰਾ ਜੋ ਉਗਾਉਣਾ ਚਾਹੁੰਦੇ ਹੋ। ਤਾਂ ਇਹ ਤਰੀਕਾ ਸੀ, ਇਸੇ ਪ੍ਰੋਸੈਸ ਦੇ ਕਾਰਨ ਇਹਦਾ ਨਾਮ ਕੀ ਰੱਖਿਆ ਗਿਆ ਸੀਗਾ, ਗ੍ਰੀਨ ਹਾਊਸ ਇਫੈਕਟ। ਇਹ ਵੀ ਵਾਰਮ ਕਰਨ ਲਈ ਰੱਖਿਆ ਜਾਂਦਾ ਸੀ ਤੇ ਸਾਡੀ ਧਰਤੀ ਦਾ ਜਿਹੜਾ ਐਟਮੋਸਫੀਅਰ ਹੈ ਉਹ ਵੀ ਰੇਸ ਨਾਲ ਕੀ ਹੁੰਦਾ, ਵਾਰਮ। ਇਹ ਹੋ ਗਿਆ। ਨੈਕਸਟ ਹੈਗਾ ਆਪਣੇ ਕੋਲ ਅਗਲੀ ਸਲਾਈਡ। ਹਾਂ, ਇਹ ਰੇਸ ਯਾਦ ਨੇ ਤੁਹਾਨੂੰ, ਕਿਹੜੀਆਂ ਰੇਸ ਸੀ ਜਿਹੜੀਆਂ ਗ੍ਰੀਨ ਹਾਊਸ ਇਫੈਕਟ ਪੈਦਾ ਪ੍ਰੋਡਿਊਸ ਕਰ ਸਕਦੀਆਂ। IR ਇੱਕ ਟਾਈਪ, ਇੱਕ ਤੋਂ ਅਗਲੇ ਤੋਂ ਦੇਖੋ ਵੀ। ਨੈਕਸਟ ਪਾਰਟ ਟ੍ਰਾਂਸਵਰਸ ਵੇਵਸ ਜਿਹੜੀਆਂ ਨੇਚਰ ਨੇ ਦੇ ਵਿੱਚ ਮਿਲਦੀਆਂ ਆਪਾਂ ਨੂੰ, ਇਲੈਕਟ੍ਰੋਮੈਗਨੈਟਿਕ ਵੇਵਸ। ਟ੍ਰਾਂਸਵਰਸ ਨੇਚਰ ਤੇ ਦੂਸਰੀ ਚੀਜ਼ ਤੁਹਾਨੂੰ ਯਾਦ ਰੱਖਣੀ ਪਊ, ਇੱਕ ਹੁੰਦੀ ਹੈ ਲੌਂਗੀਟਿਊਡਨਲ ਫਾਰਮ, ਲੌਂਗੀਟਿਊਡਨਲ ਨੇਚਰ। ਕੀ ਫਰਕ ਹੈ ਇਹਦੇ ਵਿੱਚ, ਜੇ ਤਾਂ ਦੇਖੋ ਇੱਕ ਤਾਂ ਉਹਦਾ ਸਾਊਂਡ, ਸਾਊਂਡ ਦਾ ਕੀ ਹੁੰਦਾ ਹੈ, ਇੱਕ ਆਪਾਂ ਟਰਨਿੰਗ ਫੋਰਕ ਜਿਹੜੀ 9th ਕਲਾਸ 'ਚ ਪੜ੍ਹਦੇ ਹਾਂ, ਜਦੋਂ ਅਸੀਂ ਉਹਨੂੰ ਮੂਵ ਕਰਦੇ ਹਾਂ, ਜਿਹੜੇ ਉਹਦੇ ਆਹ ਵਾਲੇ ਐਜਸ ਨੇ ਜਦੋਂ ਇਹ ਵਾਈਬਰੇਟ ਕਰਦੇ ਨੇ ਲੈਫਟ ਰਾਈਟ, ਤਾਂ ਕੀ ਹੁੰਦਾ ਵੀ ਉਹ ਪਾਰਟੀਕਲਸ ਨੂੰ ਡਿਸਟਰਬ ਕਰਦੇ ਨਾ, ਤਾਂ ਜਿਹੜੀ ਉੱਥੋਂ ਸਾਊਂਡ ਚੱਲਦੀ ਹੈ ਉਹ ਬਿਲਕੁਲ ਜਿਹੜਾ ਸੋਰਸ ਆਫ ਡਿਸਟਰਬੈਂਸ ਹੈ ਉਹਨੂੰ ਪੈਰਲਲ ਚੱਲਦੀ ਹੈ। ਪਰ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਨੇ, ਜੇ ਤੁਹਾਡਾ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਜਿਹੜਾ ਉਹ ਇੱਕ ਦੂਜੇ ਨੂੰ ਪਰਪੈਂਡੀਕੂਲਰ ਨਹੀਂ, ਤਾਂ ਇਹ ਕੀ ਹੋਣਗੀਆਂ, ਇਹ ਦੋਨਾਂ ਨੂੰ ਕੀ ਚੱਲਣਗੀਆਂ, ਪਰਪੈਂਡੀਕੂਲਰ। ਤਾਂ ਤੁਸੀਂ ਇੱਥੇ ਧਿਆਨ ਰੱਖਿਓ, ਜੇ ਤਾਂ 90 ਡਿਗਰੀ ਤੇ ਜਾਂ ਪਰਪੈਂਡੀਕੂਲਰ ਜਾ ਰਹੀ ਹੈ ਕੋਈ ਵੇਵ ਜਿਹੜੇ ਸੋਰਸ ਤੋਂ ਪੈਦਾ ਹੋ ਰਹੀ ਹੈ, ਤਾਂ ਉਹਨੂੰ ਕਿਹੜੀਆਂ ਕਹਿੰਦੇ ਨੇ, ਟ੍ਰਾਂਸਵਰਸ ਨੇਚਰ ਜਿਹੜੀ ਵੇਵਸ ਦੀ।
जे ਜਿਹੜਾ अपना सोर्स है जिथों प्रोड्यूस हो रही हैं जे ਉਹਨੂੰ ਉਹ पैरेलल चल रही ने वेव्स सोर्स ऑफ डिस्टरबेंस तो ਉਸ ਨੂੰ ਕੀ ਬੋਲਿਆ ਜਾਂਦਾ ਹੈਗਾ ਲੌਂਗੀਟਿਊਡਨਲ वेव्स। ਇਹ ਕੁਐਸਚਨ ਬਣ ਸਕਦਾ ਇੱਕ ਛੋਟਾ ਆਪਣੇ ਵਾਸਤੇ MCQ ਦੇ ਵਿੱਚ। ਹੁਣ ਤੁਹਾਨੂੰ ਵੀ ਮੈਂ ਅੱਗੇ ਜਿਹੜਾ ਅਗਲਾ ਪਾर्ट है वो मैं स्लाइड शो करदा ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਕੀ ਕਰਨਾ ਸੀ ਇਨ ਫਿਊਚਰ ਹੁਣ ਅਗਲੇ ਪਾर्ट ਚ। ਹੁਣ ਆਪਾਂ ਥੋੜਾ ਜਿਹਾ ਕੁਇਜ਼ ਦਾ ਪਾर्ट ਕਰਨਾ ਮੀਨਸ ਤੁਸੀਂ MCQ ਕੁਐਸਚਨਸ ਦੇ ਜਿਹੜੇ ਆਨਸਰ ਦੇਣੇ ਨੇ। ਕੋਈ ਸਟੂਡੈਂਟ ਵੇਟਿੰਗ ਰੂਮ ਦੇ ਵਿੱਚ ਤਾਂ ਨਹੀਂ ਹੈਗਾ? ठीक है, रेडी हो इस पार्ट लिए भी? फर्स्ट क्वेश्चन की पूछा ਇਹਦੇ which wave has shortest wavelength? ਦੱਸੋ ਵੀ ਕਿਹਦੀ ਸਭ ਤੋਂ shortest wavelength ਹੈ? ऑप्शंस टाइप करनी है ABCD। ये फर्स्ट क्वेश्चन है ਤੁਹਾਡਾ। हाँ भी आंसर दियो था जसप्रीत ए ओके शॉर्टेस्ट पूछिए ध्यान नाल। बाकी भी पार्टिसिपेट करो भी। अर्श सी ओके ए ते सी ऑप्शन तो आ गई। हरमन ए ओके ठीक है चलो मैं तुम्हें आंसर दसदा ਇਹਦਾ आंसर एक्स-रेज है। अर्श ਦਾ सही है। देखो भी ਆਪਾਂ ਲਾਸਟ ਤੇ ਨਹੀਂ ਕੀਤਾ ਸੀ ਵੀ एक्स-रेज ਆਉਂਦੀਆਂ ਫਿਰ गामा-रेज ਆਉਂਦੀਆਂ ਨੇ ਤੇ ਆਪਣੇ ਕੋਲੇ ਉਸ ਤੋਂ ਪਹਿਲਾਂ ਕਿਹੜੀਆਂ ਸੀਗੀਆਂ रेडियो ਸੀਗੀਆਂ माइक्रोवेव सी इंफ्रारेज सी अल्ट्रा वायलेट ਜਿਹੜੀਆਂ रेज ਸੀਗੀਆਂ ਤਾਂ एक्स-रेज ਉਸ ਤੋਂ ਬਾਅਦ ਆਉਂਦੀਆਂ। ਤਾਂ ਆਪਾਂ ਨੂੰ ਇੱਧਰ ਪਤਾ ਹੀ ਜਾਣਦੇ वेवलेंथ ਕੀ ਹੁੰਦੀ ਹੈ लैम्डा डी ਉਹ ਘਟਦੀ ਹੈ ਸ਼ਾਰਟ ਹੁੰਦੀ ਜਾਂਦੀ ਹੈ। ਤਾਂ ਸੀਕੁਐਂਸ ਧਿਆਨ ਚ ਰੱਖਿਓ सीक्वेंस के बेस से ਤੁਸੀਂ ਜਿਹੜਾ आंसर ਦਿਓ। क्लियर चलो नेक्स्ट क्वेश्चन ਵੱਲ ਵਧਦੇ ਹਾਂ ਆਪਾਂ। ਹੁਣ ਤੁਸੀਂ ਦੱਸਣਾ ਹੈ ਸ਼ਾਰਟਰ ਫ੍ਰੀਕੁਐਂਸੀ ਮਤਲਬ ਜਿਹਦੀ ਫ੍ਰੀਕੁਐਂਸੀ ਘੱਟ ਹੈ। ਫ੍ਰੀਕੁਐਂਸੀ ਦੱਸੋ ਵੀ ਕਿਹੜੀ ਵੇਵ ਦੀ ਘੱਟ ਹੈ ਇਹਨਾਂ ਵਿੱਚ? डी अर्श ओके वेरी गुड सही है भी अर्श
डी ऑप्शन है डी वो बनती है। क्यों? क्योंकि सानू पता भी जिहड़ी फ्रीकुएंसी हुंदी है ये रेसिप्रोकल किहदा हुंदी है, एक वेवलेंथ दा। तां फिर वेवलेंथ सानू पता किहदी ज़्यादा हैगी, रेडियो वेव्स दी। तां उत्थे की हो जाऊगा, फ्रीकुएंसी जिहड़ी वो घट जूगी क्योंकि इनवर्सली ने एक दूसरे नाल। ठीक है बई, गुड। नैक्सट क्वेश्चन, टी जां एफ तुसीं दसना ट्रू है कि फॉल्स है। गामा रेज़ जिहड़ियां ट्रैवल करदियां फास्टर दैन द विजिबल लाइट। गामा रेज़ थोड़ियां फास्टर मिलदियां आपां नूं विजिबल लाइट नालों। ट्रू है या फॉल्स है? ते तुसीं एनर्जी तो अंदाज़ा ला सकदे हो। एनर्जी डायरेक्टली प्रोपोर्शनल टू फ्रीकुएंसी। एनर्जी तुहाडी है किहड़ी जिहदी वैल्यू करोगे तां 3 पाउंड लैम्बडा यानी कि वेवलेंथ यूनिवर्सली। तां वेवलेंथ किहदी घट है, गामा रेज़ दी। तां एनर्जेटिक कौन होणगीਆਂ? आंसर नहीं मिल रहा भी, जल्दी फास्ट करो थोड़ा, ਆਪਾਂ ਘੱਟ टाइम च ज़्यादा करिए। ठीक है भी, ये आंसर ट्रू होगा क्योंकि गामा रेस की स्पीड थोड़ी बाकी नालों थोड़ी फास्टर होंगी है क्योंकि फ्रीकुएंसी ज़्यादा ना, इस करके। नैक्सट, जर्नल अगला पार्ट है वो किन्ना वास्ते है, इलैक्ट्रोमैग्नेटिक वेव्स दी। इसे दसो लास्ट क्वेश्चन दस, इलैक्ट्रोमैग्नेटिक वेव्स जड़ियां वो ट्रैवल करदियां विद सेम स्पीड, ट्रू है कि फॉल्स? भावें जसप्रीत, अर्श, किरण, फॉल्स नहीं भी। देखो जर्नल फॉर्म च ना जो ये तो ट्रू जाऊगा। ओवरहाल इलैक्ट्रोमैग्नेटिक वेव्स पूछे आप सारियां ओवरहाल तो आप पहली प्रॉपर्टी पढ़ते आ रहे हैं, कोई कोई चल रही सेम। चलो नैक्सट क्वेश्चन, ਇਹ 'ਚ ਦੱਸੋ ਵੀ ਕਿਹੜਾ ਸਪੈਕਟਰਮ ਦੇ ਵਿੱਚ ਪਾਰਟ ਜਿਹੜਾ ਆ ਉਹਦੇ ਜਿਹਨੂੰ ਅਸੀਂ ਸਾਡੀਆਂ ਆਈਜ਼ ਜਿਹੜੀਆਂ ਉਹ ਵਾਚ ਕਰ ਪਾਉਂਦੇ, ਸਾਡੀ ਆਈ ਏਬਲ ਹੈ ਟੂ ਸੀ ਵਿੱਚ ਸਪੈਕਟਰਮ ਪਾਰਟ ਕਿਹੜਾ ਪਾਰਟ ਹੈ ਜਿਹਨੂੰ ਅਸੀਂ ਦੇਖ ਸਕਦੇ ਹਾਂ। ਆਨਸਰ ਤਾਂ ਆਪਣੇ ਆਪ ਹੀ ਮਿਲ ਰਿਹਾ ਸਾਨੂੰ, ਇਹਨੂੰ ਏ ਬੀ ਸੀ ਕਰ ਲਿਓ, ਇਹ ਬੀ ਸੀ ਇਹ ਡੀ ਆਪਸ਼ਨ ਹੈ। सही ऑप्शन किहड़ी है, ठीक है विजिबल, कि विजिबल रीजन ही है भी 7 कलर्स वाला सानू मिलता है जिन्होंने असीं वॉच कर पाने हैं। ठीक, नैक्सट है तुहाडे कोल ये वाला, ये च दसो किन्हां दे कारण ग्रीन हाउस इफैक्ट हुंदा है, विच इज कॉज ग्रीन हाउस इफैक्ट, इसदा आंसर की होगा? रेडियो वेव्स का टीवी सिग्नल्स वास्ते होंदियां ये नहीं तो फर्स्ट ज़्यादा भी प्रॉपर्टीज के विच करवाया सी मैं IR रेस जिन्हां दे कारण की हुंदा ग्रीन हाउस इफैक्ट। नैक्सट है तुहाडे कोल
ये वाला पार्ट इस देखो कहते सारियां इलेक्ट्रोमैग्नेटिक वेव्स ट्रैवल करती हैं विद सेम फ्रीक्वेंसी ट्रू है कि फॉल्स स्पीड सेम हो सकती है फ्रीक्वेंसी नहीं हो सकती क्यों क्योंकि सारियां दी ਜਿਹੜੀ ਆਪਾਂ देखिए वेवलेंथ वो की हैगी डिफरेंट ਤਾਂ ਫਿਰ ਆਪਾਂ फ्रीक्वेंसी नहीं कह सकते भी ਸਾਰਿਆਂ ਦੀ ਕੀ ਹੋਊਗੀ ਉਹ ਸੇਮ ਕਿਉਂਕਿ ਵੇਵਲੈਂਥ ਨਾਲ ਕੀ ਹੈ ਰਿਲੇਸ਼ਨ ਇਹਦਾ ਇਨਵਰਸਲੀ ਤਾਂ ਇਨਵਰਸਲੀ ਰਿਲੇਸ਼ਨ ਹੋਣ ਕਾਰਨ ਵੇਵਲੈਂਥ ਨਾਲ ਇਹ ਸਾਰਿਆਂ ਲਈ ਸੇਮ ਨਹੀਂ ਹੋ ਸਕਦਾ ਤੇ ਕੀ ਹੋ ਜਾਊ ਆਨਸਰ ਫਾਲਸ ਇੱਕ ਕੁਐਸਚਨ ਲਾਸਟ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਉਹ ਕੀ ਸਾਡੇ ਕੋਲ लॉन्गिट्यूडनल इन नेचर में ट्रू है जो फॉल्स है दसो भी आश जसप्रीत ਆਪਾਂ ਸਟੱਡੀ ਕੀਤਾ ਸੀ ਨਾ ਜਿੰਨੀਆਂ ਸਾਡੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਨੇਗੀਆਂ ਉਹ ਸਾਰੀਆਂ ਕੀ ਚੱਲਦੀਆਂ ਨੇ ਸੋਰਸ ਆਫ ਪ੍ਰੋਡਕਸ਼ਨ ਨੂੰ ਪਰਪੈਂਡੀਕੂਲਰ 90 ਡਿਗਰੀ ਤੇ ਜਿਹੜੀ ਚੀਜ਼ 90 ਤੇ ਚੱਲੇ ਤਾਂ ਅਸੀਂ ਉਹਨੂੰ ਕੀ ਕਹਿੰਦੇ ਹੁੰਦੇ ਆ ਟਰਾਂਸਵਰਸ ਜਿਹੜੀ ਪੈਰਲਲ ਚੱਲੇ ਉਹ ਕਿਹੜੀ ਹੁੰਦੀ ਹੈ ਲੌਂਗੀਟਿਊਡਨਲ ਤਾਂ ਸਾਊਂਡ ਵੇਵਸ ਨੇ ਜਿਹੜੀਆਂ ਉਹ ਲੌਂਗੀਟਿਊਡਨਲ ਨੇ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਉਹ ਕਿਹੜੀਆਂ ਨੇ ਟਰਾਂਸਵਰਸ ਇਨ ਨੇਚਰ ਤਾਂ ਇਹਦਾ ਆਪਸ਼ਨ ਤੁਹਾਡੀ ਕੀ ਹੋ ਜੂਗੀ ਫਾਲਸ ਆ ਜੂ ਇਹ ਸੀ ਤੁਹਾਡਾ ਵੀ ਅੱਜ ਦਾ ਇਲੈਕਟ੍ਰੋਮੈਗਨੈਟਿਕ ਵੇਵਸ ਦਾ ਪਾਰਟ ਤਾਂ ਇਹ ਲੈਸਨ ਇੱਥੇ ਖਤਮ ਹੈ ਤੇ ਦੋ ਪਾਰਟਾਂ ਦੇ ਵਿੱਚ ਆਪਾਂ ਕਵਰ ਕਰ ਲਿਆ ਤੁਸੀਂ ਇਹਨੂੰ ਰੀਡ ਕਰ ਲਿਓ ਤੁਹਾਡਾ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਤੇ ਕੁਐਸਚਨ ਆਉਣਾ ਜਾਂ ਜਿਊਜ਼ ਤੇ ਜਿਹੜਾ ਕੋਈ ਵੀ MCQ ਟਾਈਪ ਹੋਣਾ ਸ਼ਾਰਟ ਕੁਐਸਚਨ ਹੀ ਆਉਣਾ ਇਹਦੇ ਵਿੱਚੋਂ ਲੌਂਗ ਕੁਐਸਚਨ ਕੋਈ ਨਹੀਂ ਬਣਦਾ ਇਸ ਪਾਰਟ ਤੋਂ ਠੀਕ ਹੈ ਵੀ ਕਿਸੇ ਦੀ ਕੁਐਰੀ ਹੈ ਤਾਂ ਦੱਸ ਦਿਓ